ਹੁਣ ਗੱਲ ਕਰਦੇ ਆਪਾਂ ਸੂਚਨਾ ਟੈਕਨੋਲੋਜੀ ਆਧਾਰਿਤ ਸੇਵਾਵਾਂ ਇੰਡਸਟਰੀ ਦਾ ITES ਇੰਡਸਟਰੀ। ਠੀਕ ਹੈ ਜੀ। ITES ਦਾ ਪੂਰਾ ਨਾਮ ਕੀ ਪਤਾ? ਸੂਚਨਾ ਟੈਕਨੋਲੋਜੀ। IT ਦਾ ਪੂਰਾ ਨਾਮ ਪਤਾ ਆਪਾਂ ਨੂੰ? ਇਨਫੋਰਮੇਸ਼ਨ ਟੈਕਨੋਲੋਜੀ। ES ਦਾ ਮਤਲਬ ਅਨੇਬਲਡ ਸਰਵਿਸ। ਕਹਿੰਦੇ ਇਸ ਦਾ ਅਰਥ ਕੀ ਹੈ, ਮੀਨ ਕੀ ਹੈ? ਜੋ ਸੇਵਾਵਾਂ ਪੂਰੀ ਦੁਨੀਆ ਵਿੱਚ ਅਲੱਗ-ਅਲੱਗ ਕੰਪਨੀਆਂ ਦੇ ਗਾਹਕਾਂ ਨੂੰ ਟੈਲੀਕਾਮ ਨੈਟਵਰਕ ਜਾਂ ਇੰਟਰਨੈਟ ਜਾਂ ਈਮੇਲ ਮੰਨ ਲਓ ਜਾਂ ਚੈਟ ਰਾਹੀਂ ਆਪਾਂ ਪਹੁੰਚਾਈਆਂ ਜਾਂਦੀਆਂ। ਠੀਕ ਹੈ, ਜਿਹੜੀਆਂ ਸੇਵਾਵਾਂ ਆਪਾਂ ਦਿੰਦੇ ਹਾਂ ਪੁੱਤ, ਠੀਕ ਹੈ, ਜਿਹੜੀਆਂ ਮੇਲ ਤੁਹਾਨੂੰ ਆਉਂਦੀਆਂ ਨੇ, ਪ੍ਰੋਵਾਈਡ ਹੁੰਦੀਆਂ ਨੇ ਤੁਹਾਨੂੰ, ਉਹ ਵੱਖ-ਵੱਖ ਕੰਪਨੀਆਂ ਦੁਆਰਾ ਤੁਹਾਨੂੰ ਮਿਲਦੀਆਂ ਨੇ। ਠੀਕ ਹੈ, ਉਹ ਕਿਸੇ ਪ੍ਰੋਡਕਸ਼ਨ ਬਾਰੇ ਹੋ ਸਕਦੀ ਹੈ, ਠੀਕ ਹੈ, ਕਿਸੇ ਕੁਐਰੀ ਬਾਰੇ ਹੋ ਸਕਦੀ ਹੈ, ਤੁਹਾਡੇ ਕੁਝ ਨਾ ਕੁਝ ਫਾਇਦੇ ਵਾਸਤੇ ਹੋ ਸਕਦੀ ਹੈ, ਜਾਂ ਆਪਾਂ ਕਿਸ ਚੀਜ਼ ਨੂੰ ਸਰਫ ਕਰ ਰਹੇ ਹਾਂ ਉਸ ਦੇ ਰਿਗਾਰਡਿੰਗ ਤੁਹਾਨੂੰ ਮੇਲਸ ਆਉਂਦੀਆਂ ਰਹਿੰਦੀਆਂ ਨੇ। ਮੰਨ ਲਓ ਤੁਸੀਂ YouTube 'ਤੇ ਕੋਈ ਚੀਜ਼ ਸਰਚ ਕਰ ਰਹੇ ਹੋਗੇ, ਜੇ ਆਪਾਂ ਕੋਈ ਬਰਾਊਜ਼ਰ 'ਤੇ ਕੋਈ ਚੀਜ਼ ਸਰਚ ਕੀਤੀ ਹੈਗੀ, ਤਾਂ ਉਸ ਦੇ ਰਿਗਾਰਡਿੰਗ ਤੁਹਾਨੂੰ ਆਪਣੇ ਆਪ ਕੁਝ ਸਪੈਮਸ ਮੇਲ ਜਿਹੜੀਆਂ ਤੁਹਾਨੂੰ ਪਹੁੰਚਦੀਆਂ ਨੇ। ਸਧਾਰਨ ਸ਼ਬਦਾਂ ਵਿੱਚ ਕਹਿੰਦੇ ਸੂਚਨਾ ਟੈਕਨੋਲੋਜੀ ਆਧਾਰਿਤ ਸੇਵਾਵਾਂ ਦੇਸ਼ ਵਿੱਚ ਜਿਵੇਂ ਭਾਰਤ, ਚੀਨ ਵਿੱਚ ਕੀਤੇ ਜਾਣ ਵਾਲੇ ਕੰਮ ਨੇ, ਉਹ ਦੂਜੇ ਦੇਸ਼ ਜਿਵੇਂ ਅਮਰੀਕਾ, USA ਤੋਂ ਵੱਖ ਹੁੰਦੇ ਨੇ। ਉਹਨਾਂ ਵਿੱਚ ਕਿਸ ਤਰ੍ਹਾਂ ਇੰਟਰਨੈਟ ਜਿਹੜੀ ਸਹਾਇਤਾ ਰਾਹੀਂ ਆਪਾਂ ਜਿਹੜੀ ਸੇਵਾਵਾਂ ਨੇ ਮੁਹੱਈਆ ਕਰਵਾਈਆਂ ਜਾਂਦੀਆਂ ਨੇ। ਮੰਨ ਲਓ ਇੱਕ ਥਾਂ ਤੇ ਕੁਝ ਹੋਰ ਸੇਵਾਵਾਂ ਨੇ, ਇੱਕ ਥਾਂ ਤੇ ਕੁਝ ਹੋਰ ਨੇ, ਤਾਂ ਦੋਨਾਂ ਜਿਹੜੀਆਂ ਸੇਵਾਵਾਂ ਨੇ ਪਤਾ ਐਕਸਚੇਂਜ ਉਹ ਕਿਹਦੇ ਰਾਹੀਂ ਹੁੰਦੀਆਂ? ਇੱਕ ਟੈਲੀਫੋਨ ਨੈਟਵਰਕ ਰਾਹੀਂ ਜਾਂ ਇੱਕ ਇੰਟਰਨੈਟ ਰਾਹੀਂ। ITES ਕੀ ਵੱਖਰੇ ਵੱਖਰੇ ਖੇਤਰ ਜਿਵੇਂ ਬੈਂਕਿੰਗ, ਇੰਸ਼ੋਰੈਂਸ, ਟੈਲੀਕਮਿਊਨੀਕੇਸ਼ਨ ਆਦਿ ਵਿੱਚ ਕੀ ਸੂਚਨਾ ਟੈਕਨੋਲੋਜੀ ਦੁਆਰਾ ਸਹਿਯੋਗ ਦਿੱਤਾ। ਤੁਹਾਨੂੰ ਦੱਸੋ ਸੀ ਬੈਂਕਿੰਗ ਦੇ ਵਿੱਚ, ਸਿਹਤ, ਠੀਕ ਹੈ, ਸਿੱਖਿਆ, ਇਹ ਸਾਰੇ ਆਪਣੇ IT ਦੇ ਦੁਆਰਾ ਹੀ ਕੀ ਹੈ ਸਹਿਯੋਗ ਦਿੱਤਾ ਜਾਂਦਾ ਇਹਨਾਂ ਨੂੰ। ITES ਕੀ ਹੈ? ਇਸ ਦੇ ਵਿੱਚ ਕੀ ਕਾਲ ਸੈਂਟਰ ਆ ਸਕਦੇ ਨੇ, ਜਿਵੇਂ ਸੇਵਾਵਾਂ ਦੇ ਵਿੱਚ BPO, KPO ਅਤੇ RPO ਸ਼ਾਮਿਲ ਹੁੰਦੇ। ਠੀਕ ਹੈ, ਆਪਾਂ 1 by 1 ਪੜਾਂਗੇ ਕੀ ਹੁੰਦਾ ਗਾ। ਕਾਲ ਸੈਂਟਰ ਕਿਹੜੇ ਹੁੰਦੇ ਨੇ, BPO ਕਿਹੜੇ ਹੁੰਦੇ ਨੇ, KPO ਕਿਹੜੇ ਹੁੰਦੇ ਨੇ, RPO ਕਿਹੜੇ ਹੁੰਦੇ ਨੇ। ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਭਾਈ ਕਾਲ ਸੈਂਟਰ ਦੀ। ਆਪਾਂ ਫੋਨ ਕਾਲ ਕਰਦੇ ਹਾਂ, ਤੁਹਾਨੂੰ ਪਤਾ ਗਿਆ ਕਾਲ ਸੈਂਟਰ। ਠੀਕ ਹੈ, ਇਹ ਇੱਕ ਸੇਵਾਵਾਂ ਦੇਣ ਵਾਲਾ ਕੀ ਹੁੰਦਾ ਮਤਲਬ ਕੇਂਦਰ ਹੁੰਦਾ ਗਾ, ਜਿਸ ਵਿੱਚ ਵਧੀਆ ਟੈਲੀਕਾਮ ਸੁਵਿਧਾਵਾਂ ਜਿਵੇਂ ਮਾਹਰ ਸਲਾਹ ਦੇਣ ਵਾਲੇ, ਇੰਟਰਨੈਟ ਦੀ ਸੁਵਿਧਾ ਅਤੇ ਦੂਜੀਆਂ ਆਨਲਾਈਨ ਜਾਣਕਾਰੀਆਂ ਮੌਜੂਦ ਹੁੰਦੀਆਂ ਹਨ ਤੇ ਗਾਹਕਾਂ ਨੂੰ ਮਦਦ ਕਰਨ ਦੇ ਲਈ ਬਣਾਏ ਜਾਂਦੇ ਹਨ। ਮੰਨ ਲਓ ਜਿਵੇਂ ਤੁਸੀਂ ਫੋਨ ਕਰਦੇ ਹੋ ਕਸਟਮਰ ਕੇਅਰ ਨੂੰ, ਉਹ ਕਿੱਥੇ ਜਾਂਦੀ? ਕਾਲ ਸੈਂਟਰ। ਠੀਕ ਹੈ, ਕਾਲ ਸੈਂਟਰ ਵਿੱਚ ਆਪਾਂ ਜਦੋਂ ਫੋਨ ਕਰਦੇ ਹਾਂ, ਤੁਹਾਨੂੰ ਕੁਝ ਜਿਹੜੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਨੇ, ਕੋਈ ਜਾਣਕਾਰੀ ਤੁਸੀਂ ਪ੍ਰਾਪਤ ਕਰਨੀ ਹੈ ਤਾਂ ਕੁਝ ਐਕਸਪਰਟ ਵੱਲੋਂ ਦਿੱਤੀਆਂ ਜਾਂਦੀਆਂ ਤੁਹਾਨੂੰ। ਤੇ ਜਿਹੜੇ ਇਹੋ ਜਿਹੇ ਆਫਿਸ ਹੁੰਦੇ ਨੇ, ਜਿਹੜੇ ਦਫ਼ਤਰ ਹੁੰਦੇ ਨੇ ਪਤਾ, ਜਿਨ੍ਹਾਂ ਦੀ ਵਰਤ ਦਾ ਆਦੇਸ਼ ਹੈ ਜ਼ਿਆਦਾ ਗਿਣਤੀ ਵਿੱਚ ਗਾਹਕਾਂ ਦੀ ਟੈਲੀਫੋਨ ਕੇਂਦਰਿਤ ਕਰਨ ਨੂੰ ਪ੍ਰਾਪਤ ਕਰਨਾ। ਉਹਨਾਂ ਦਾ ਕੰਮ ਕੀ ਪੁੱਤ? ਤੁਸੀਂ ਵੱਧ ਤੋਂ ਵੱਧ ਕੀ ਕਾਲ ਕਰਨ, ਜਿਹੜੇ ਗਾਹਕ ਨੇ ਕੀ ਹੈ ਇਨਕੁਆਇਰੀ ਆਪਣਾ ਕੋਈ ਇਸੇ ਰਿਗਾਰਡਿੰਗ ਕੁਐਰੀ ਹੈ, ਉਹਨਾਂ ਦਾ ਕੀ ਜਵਾਬ ਉਹ ਕੀ ਕਾਲ ਸੈਂਟਰ ਦਿੰਦੇ ਨੇ। ਤੇ ਇਹ ਕੰਮ ਜਿਹੜੇ ਸਿਖਲਾਈ ਪ੍ਰਾਪਤ ਕਸਟਮਰ ਸਰਵਿਸ ਰਿਪਰੈਜ਼ੈਂਟੇਟਿਵ ਦੁਆਰਾ ਕੀਤੇ ਜਾਂਦੇ ਨੇ, CSR ਦੁਆਰਾ ਕੀ ਮਤਲਬ ਕੀਤੇ ਜਾਂਦੇ ਨੇ। ਟੈਲੀਫੋਨ ਕਾਲਾਂ ਇਨਬਾਊਂਡ ਜਿਹੜੀ ਗਾਹਕ ਨੇ ਕੀਤੀਆਂ ਸੀ, ਆਊਟਬਾਊਂਡ ਜਿਹਦੇ ਵਿੱਚ ਕੀ ਹੈ CSR ਨੇ ਤੁਹਾਨੂੰ ਬਾਅਦ ਵੇਚਣ ਵਾਸਤੇ ਕੀਤੀ ਹੈ, ਉਹਦੀ ਜਾਣਕਾਰੀ ਕੀ ਹੋ ਸਕਦੀ। ਜਿਹੜੇ ਕਾਲ ਸੈਂਟਰ ਦੇ ਮੁੱਖ ਕੰਮ ਹੁੰਦੇ ਨੇ ਪਤਾ ਉਹ ਕਿਹੜੇ ਕਿਹੜੇ ਨੇ? ਜਿਵੇਂ ਕੋਈ ਕਸਟਮਰ ਕੇ ਟੋਲ ਫ੍ਰੀ ਨੰਬਰ ਦੀ ਵਰਤੋਂ ਕਰਦੇ, ਜਿਵੇਂ 198 ਦੇ ਕਰ ਲਿਆ, ਕਿਸੇ ਨੇ 1800 ਕੁਛ ਤੇ ਕਰ ਲਿਆ। ਠੀਕ ਹੈ, ਉਹ ਕੀ ਹੈ ਸਿੱਧਾ ਇੱਕ CSR ਨਾਲ ਕੀ ਜੁੜਿਆ ਹੁੰਦਾ, ਕਸਟਮਰ ਸਪੋਰਟ ਸਰਵਿਸ ਨਾਲ ਕੀ ਪਤਾ ਜੁੜਿਆ ਹੁੰਦਾ, ਜਿਸ 'ਤੇ ਤੁਹਾਡਾ ਕੋਈ ਖਰਚਾ ਨਹੀਂ ਲੱਗਦਾ, ਤੁਹਾਡੇ ਕੋਈ ਵੀ ਕਾਲ ਚਾਰਜਸ ਕੀ ਹੈ ਨਹੀਂ ਲੱਗਦੇ। ਜਿਵੇਂ ਆਪਾਂ 108 ਤੇ ਲਾ ਦਿੰਦੇ ਹਾਂ, ਐਂਬੂਲੈਂਸ ਠੀਕ ਆ ਜਾਂਦੀ ਹੈ, ਤੁਹਾਡਾ ਉਹਦੇ ਵਾਸਤੇ ਕੋਈ ਕਾਲ ਖਰਚਾ ਨਹੀਂ ਲੱਗਦਾ, ਕੋਈ ਕਾਲ ਚਾਰਜਸ ਨਹੀਂ। ਜਦੋਂ ਕਹਿੰਦੇ ਕਾਲ ਸੈਂਟਰ ਦੇ ਵਿੱਚ ਕਾਲ ਪਹੁੰਚਦੀ ਹੈ ਤਾਂ ਉਸਦਾ ਜਵਾਬ ਇੱਕ ਸਿਖਲਾਈ ਪ੍ਰਾਪਤ ਗਾਹਕ ਸੇਵਾ ਦੁਆਰਾ ਨੁਮਾਇੰਦੇ ਦੁਆਰਾ ਦਿੱਤਾ ਜਾਂਦਾ। ਤੁਸੀਂ ਫੋਨ ਕਰਦੇ ਹੋ ਤਾਂ ਉੱਥੇ ਇੱਕ CSR ਬੈਠਾ ਹੁੰਦਾ, ਗਾਹਕ ਸੇਵਾ ਨੁਮਾਇੰਦਾ, ਠੀਕ ਹੈ, ਜਿਹੜਾ ਉਸਦਾ ਜਵਾਬ ਦਿੰਦਾ ਹੈ। ਜਿਹੜੀ ਜਾਣਕਾਰੀ ਤੁਸੀਂ ਪੁੱਛਣਾ ਚਾਹੁੰਦੇ ਹੋ ਉਹ ਤੁਹਾਡੀ ਡਾਟਾਬੇਸ ਦੇ ਵਿੱਚ ਕੀ ਸਟੋਰ ਹੋ ਜਾਂਦੀ ਨਾਲ ਨਾਲ। ਠੀਕ ਹੈ, ਤੁਹਾਡਾ ਨਾਮ ਪੁੱਛਦੇ ਨੇ, ਤੁਹਾਡੇ ਕਿੱਥੋਂ, ਤੁਹਾਡਾ ਡਿਸਟ੍ਰਿਕਟ, ਸਾਰੀ ਕੁਝ ਕੀ ਤੁਹਾਡੀ ਇਨਫੋਰਮੇਸ਼ਨ ਕੇ ਪਤਾ ਨਾਲ ਨਾਲ ਕੀ ਉਹ ਸਟੋਰ ਕਰਦੇ ਨੇ, ਜਿਸ ਨਾਲ ਤੁਹਾਡਾ ਸਟੇਟਸ ਨੂੰ ਦੇਖ ਕੇ ਇੱਕ ਇਹਨੂੰ ਆਪਾਂ ਬੋਲਦੇ ਹਾਂ ਗਾਹਕ ਸੇਵਾ ਰਿਪੋਰਟ ਤਿਆਰ ਕਰਦੇ ਨੇ ਕਿ ਹਾਂਜੀ ਕਿਹੜੇ ਗਾਹਕ ਦੀ ਕੀ ਰਿਕੁਐਸਟ ਆਈ ਸੀ, ਕੀ ਉਹਦਾ ਸੋਲੂਸ਼ਨ ਦਿੱਤਾ, ਕਦੋਂ, ਕਿਸ ਰਿਗਾਰਡਿੰਗ ਆਈ ਸੀ, ਕਿੰਨੇ ਗਾਹਕਾਂ ਨੂੰ ਇਹ ਪ੍ਰੋਬਲਮ ਆ ਰਹੀ ਹੈ। ਆਪਾਂ ਅਲੱਗ-ਅਲੱਗ ਥਾਵਾਂ ਤੋਂ ਲੈ ਕੇ ਨੂੰ ਸੋਲੂਸ਼ਨ ਨੂੰ ਆਪਾਂ ਅੱਗੇ ਕੀ ਕਰਦੇ ਹਾਂ, ਸੋਰਟ ਆਊਟ ਕਰਦੇ ਹਾਂ। ਕਾਲ ਸੈਂਟਰ ਨੂੰ ਸੁਵਿਧਾ ਦੇਣ ਲਈ IT ਮਾਹਰਾਂ ਵੱਲੋਂ ਜੋ ਤਕਨੀਕ ਬਣਾਈ ਗਈ ਹੈ ਉਹ ਸੁਨਿਸ਼ਚਿਤ ਕਰਦੀ ਹੈ ਕਿ ਗਾਹਕਾਂ ਨੁਮਾਇੰਦੇ ਕੋਲ ਬਿਲਕੁਲ ਤਾਜ਼ਾ ਜਾਣਕਾਰੀ ਹੁੰਦੀ ਹੈ। ਮੰਨ ਲਓ ਤੁਸੀਂ ਫੋਨ ਕਰਦੇ ਹੋ ਅੱਜ ਦੀ ਜਾਣਕਾਰੀ ਪੁੱਛਣ ਵਾਸਤੇ, ਤਾਂ ਉਹਨਾਂ ਕੋਲ ਵੀ ਜਾਣਕਾਰੀ ਜਿਹੜੀ ਤਾਜ਼ੀ ਹੋਣੀ ਚਾਹੀਦੀ ਹੈ ਕਿ ਫਰੈਸ਼ ਕਿਹੜੀ ਇਨਫੋਰਮੇਸ਼ਨ ਹੈ ਹੋਣ ਵਾਲੀ, ਉਹ ਕਰੰਟ ਇਨਫੋਰਮੇਸ਼ਨ ਉਹਨਾਂ ਨੂੰ ਪਤਾ ਹੋਣੀ ਜ਼ਰੂਰੀ ਹੈ।
ਠੀਕ ਹੈ ਜੀ। ਵਰਲਡ ਵਾਈਡ ਕਨੈਕਟੀਵਿਟੀ ਦੇ ਵਧਣ ਨਾਲ ਇਹ ਮਾਇਨੇ ਨਹੀਂ ਰੱਖਦਾ ਕਿ ਕਾਲ ਸੈਂਟਰ ਗਾਹਕ ਦੇ ਸਥਾਨਕ ਸ਼ਹਿਰ ਵਿੱਚ ਜਾਂ ਦੁਨੀਆ ਦੇ ਵਿੱਚ ਕਿਸੇ ਹੋਰ ਕੋਨੇ ਵਿੱਚ ਸਥਿਤ ਹੋ ਸਕਦਾ। ਠੀਕ ਹੈ, ਐਂ ਨਾ ਹੋਵੇ ਕਿ ਸਾਡੇ ਪਿੰਡ ਰਹੇ ਜਾਂ ਆਪਣੇ ਸ਼ਹਿਰ ਦੇ ਵਿੱਚ ਹੀ ਕਾਲ ਸੈਂਟਰ ਹੋਵੇ, ਤਾਂ ਇਹ ਇੱਕ ਹੱਬ ਦੇ ਵਿੱਚ ਮੰਨ ਲਓ ਇੱਕ ਡਿਸਟ੍ਰਿਕਟ ਦੇ ਵਿੱਚ ਵੀ ਹੋ ਸਕਦਾ ਹੈ, ਇੱਕ ਸਟੇਟ ਵਜੋਂ ਇੱਕ ਸਥਾਨ ਤੇ ਵੀ ਹੋ ਸਕਦਾ ਹੈ। ਠੀਕ ਹੈ, ਤਾਂ ਵੱਖ-ਵੱਖ ਥਾਵਾਂ ਤੇ ਕਿ ਇੱਕ ਕਾਲ ਸੈਂਟਰ ਕੀ ਸਥਾਪਿਤ ਕੀਤੇ ਜਾਂਦੇ। ਉਸ ਤੋਂ ਬਾਅਦ ਗੱਲ ਕਰਦੇ ਹਾਂ BPO। BPO ਦਾ ਪੂਰਾ ਨਾਮ ਬਿਜ਼ਨਸ ਪ੍ਰੋਸੈਸ ਆਊਟਸੋਰਸਿੰਗ। BPO ਦਾ ਪੂਰਾ ਨਾਮ ਕੀ ਹੈ? ਬਿਜ਼ਨਸ ਪ੍ਰੋਸੈਸ ਆਊਟਸੋਰਸਿੰਗ। ਇਸ ਵਿੱਚ ਕੀ ਇੱਕ ਸੰਸਥਾ ਹੁੰਦੀ ਹੈ, ਆਪਣੇ ਬਿਜ਼ਨਸ ਦੇ ਕਿਸੇ ਵੀ ਭਾਗ ਜਿਵੇਂ ਗਾਹਕ ਸੇਵਾਵਾਂ, ਗਾਹਕ ਦੇ ਕਾਲਾਂ ਅਟੈਂਡ ਕਰਨਾ ਜਾਂ ਸੇਲ ਆਦਿ ਨੂੰ ਕਿਸੇ ਦੂਜੀ ਸੰਸਥਾ ਜੋ ਉਸ ਤਰ੍ਹਾਂ ਦੇ ਵਪਾਰ ਨੂੰ ਸੰਭਾਲਣ ਵਿੱਚ ਮਾਹਰ ਹੈ ਨੂੰ ਆਊਟਸੋਰਸ ਕਰਦੇ। ਤਾਂ ਇਸ ਹਾਲਤ ਵਿੱਚ ਦੋਵੇਂ ਸੰਸਥਾਵਾਂ ਦੁਨੀਆ ਦੇ ਬਿਲਕੁਲ ਵੱਖਰੇ ਵੱਖਰੇ ਹਿੱਸੇ ਵਿੱਚ ਹੋ ਸਕਦੇ। ਠੀਕ ਹੈ ਜੀ। ਮੰਨ ਲਓ ਇੱਕ ਕੰਪਨੀ ਨੇ ਆਪਣੇ ਗਾਹਕ ਸੇਵਾਵਾਂ ਦੀ ਉਹਨੇ ਕਾਲਾਂ ਅਟੈਂਡ ਕਰਨ ਵਾਸਤੇ, ਇਸੇ ਤਰ੍ਹਾਂ ਜਿਹੜੀ ਦੂਜੀ ਸੰਸਥਾ ਦੀ ਆਰਗੇਨਾਈਜੇਸ਼ਨ ਹੈਗੀ ਉਹਨੇ ਵੀ ਉਸੇ ਤਰ੍ਹਾਂ ਦੇ ਵਪਾਰ ਨੂੰ ਸੰਭਾਲਣ ਦੇ ਵਿੱਚ ਕੀ ਮਾਹਰ ਨੇ। ਇੱਕ ਦੂਜੇ ਨੂੰ ਕੀ ਉਹ ਸੋਰਸਿਸ ਕੀ ਹੈ ਲੈਂਦੇ ਨੇ ਉਹ। ਠੀਕ ਹੈ, ਇੱਕ ਕੰਪਨੀ ਕੇ ਦੂਜੇ ਕੰਪਨੀ ਦੇ ਕੀ ਉਹਨਾਂ ਨੁਮਾਇੰਦਿਆਂ ਨੂੰ ਲੈ ਲੈਂਦੇ ਨੇ, ਉਹਨਾਂ ਨਾਲ ਟਾਈ ਅਪ ਕਰ ਲੈਂਦੇ ਨੇ। ਠੀਕ ਹੈ, ਉਹਨਾਂ ਨੂੰ ਸੈਲਰੀ ਪ੍ਰੋਵਾਈਡ ਕਰਦੇ ਨੇ ਕਿ ਤੁਸੀਂ ਇਸੇ ਤਰ੍ਹਾਂ ਵਪਾਰ ਨੂੰ ਕਿ ਸਾਡੇ ਨੂੰ ਵੀ ਕੀ ਹੈ ਤੁਸੀਂ ਸੰਭਾਲਣਾ, ਕਿ ਗਾਹਕਾਂ ਨਾਲ ਗੱਲ ਕਰਨੀ ਹੈ, ਤਾਂ ਉਹਨਾਂ ਨਾਲ ਕੀ ਹੈ ਇੱਕ ਟਾਈ ਅਪ ਹੋਣਾ। ਉਦਾਹਰਨ ਦੇ ਲਈ USA ਕੰਪਨੀ ਵਿੱਚ ਕੰਪਨੀ A ਹੈ ਭਾਰਤ ਵਿੱਚ ਕੰਪਨੀ B ਨੂੰ ਕਸਟਮਰ ਸਰਵਿਸ ਲਈ ਆਊਟਸੋਰਸ ਕਰ ਰਹੀ ਹੈ। ਇਸ ਕੰਟਰੈਕਟ ਦਾ ਅਰਥ ਹੈ ਕਿ ਕੰਪਨੀ B ਕੰਪਨੀ A ਦੇ ਗਾਹਕਾਂ ਨੇ ਹੇਠਾਂ ਦਿੱਤੀ ਜ਼ਿੰਮੇਵਾਰੀ ਪ੍ਰਤੀ ਜਵਾਬ ਦੇ। ਤੁਹਾਨੂੰ ਦੱਸਿਆ ਨਾ, ਜਿਵੇਂ ਇੱਕ ਕੰਪਨੀ ਦੇ ਬੰਦੇ ਦੂਜੀ ਕੰਪਨੀ ਦੇ ਬੰਦੇ ਲਈ ਕੰਮ ਕਰਨਗੇ, ਉਹਨਾਂ ਦੇ ਗਾਹਕਾਂ ਦੇ ਪ੍ਰਤੀ ਜ਼ਿੰਮੇਵਾਰੀ ਦੇ ਦੇਣਾ, ਆਊਟਸੋਰਸ ਕਰ ਲੈਣਾ। ਠੀਕ ਹੈ, ਉਹਨਾਂ ਦੇ ਬਦਲੇ ਕਿ ਇੱਕ ਪੈਸਾ ਤੁਹਾਨੂੰ ਪਤਾ ਹੈ, ਠੀਕ ਹੈ, ਮਨੀ ਪ੍ਰੋਵਾਈਡ ਕੀਤੀ ਜਾਂਦੀ ਹੈ। ਜਿਵੇਂ ਕੰਪਨੀ ਇਹਦੇ ਸਾਰੇ ਗਾਹਕ ਨੂੰ ਅਟੈਂਡ ਕਰਨ ਲਈ, ਉਹਨਾਂ ਦੀ ਗੱਲਬਾਤ ਕਰਨ ਲਈ, ਕੰਪਨੀ ਇਹਦੇ ਸਾਰੇ ਗਾਹਕਾਂ ਦੇ ਪ੍ਰਸ਼ਨ ਉੱਤਰ ਸ਼ਿਕਾਇਤਾਂ ਨੂੰ ਸੰਭਾਲਣ ਲਈ ਇਹ ਯਕੀਨੀ ਬਣਾਉਣਾ ਹੁੰਦਾ ਕਿ ਕੰਪਨੀ ਇਹਦੇ ਗਾਹਕ ਕੰਪਨੀ A ਦੇ ਅਤੇ ਕੰਪਨੀ B ਦੁਆਰਾ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੇ ਸੰਤੁਸ਼ਟ ਨੇ ਜਾਂ ਖੁਸ਼। ਐਂ ਨਾ ਹੋਵੇ ਆਪਾਂ ਨੇ ਆਊਟਸੋਰਸ ਤਾਂ ਕਰ ਲਿਆ ਬਟ ਉਹ ਕੰਮ ਨਾ ਕਰਨ। ਸੰਤੁਸ਼ਟ ਹੋਣੇ ਜ਼ਰੂਰੀ ਨੇ ਤੁਹਾਡੇ ਜਿਹੜੇ ਗਾਹਕ, ਦੂਜੀ ਕੰਪਨੀ ਦੇ ਗਾਹਕ ਵੀ ਸੰਤੁਸ਼ਟ ਹੋਣੇ ਜ਼ਰੂਰੀ। ਜਿਵੇਂ ਕਿ ਇਹਦੇ ਪ੍ਰਤੀ ਵਫਾਦਾਰ ਨੇ, ਉਸ ਤਰ੍ਹਾਂ ਹੀ ਦੂਜੀ ਕੰਪਨੀ ਦੇ ਵਪਾਰ ਨੂੰ ਇੱਕ ਵਧੀਆ ਢੰਗ ਨਾਲ ਚਲਾਉਣ ਦੇ ਲਈ ਵੀ ਉਹਨਾਂ ਨੂੰ ਉਸੇ ਤਰ੍ਹਾਂ ਹੀ ਮੈਨੇਜ ਕਰਨਾ। ਉਸ ਤੋਂ ਬਾਅਦ KPO ਦਾ ਪੂਰਾ ਅਰਥ ਹੈ ਜਿਹੜਾ ਪੂਰਾ ਨਾਮ ਹੈ ਨੌਲੇਜ ਪ੍ਰੋਸੈਸ ਆਊਟਸੋਰਸਿੰਗ। BPO ਦਾ ਸੀ ਬਿਜ਼ਨਸ ਪ੍ਰੋਸੈਸ ਆਊਟਸੋਰਸਿੰਗ, KPO ਦਾ ਨੌਲੇਜ। ਇਹ ਵਪਾਰ ਦੇ ਅੰਦਰੂਨੀ ਕੰਮ ਜੋ ਮਹੱਤਵਪੂਰਨ ਹੈ ਜੀ, ਕੰਪਨੀ ਦੇ ਮੁੱਢਲੇ ਕੰਮਾਂ ਦੀ ਲੜੀ ਦੀ ਵਿਆਖਿਆ ਕਰਦੀ ਹੈ। ਅੰਦਰੂਨੀ ਕੰਮ ਵਪਾਰ ਦੇ ਤੁਹਾਨੂੰ ਪਤਾ ਹੈ ਕਿ ਜਿਹੜੇ ਬਿਜ਼ਨਸ ਦੇ ਆਪਣੇ ਆਪਣੇ ਕੁਝ ਮਹੱਤਵਪੂਰਨ ਕੰਮ ਹੁੰਦੇ ਨੇ। KPO ਜਿਹੜੀ ਹੈ ਸਰਵਿਸ ਵਿੱਚ ਸਭ ਤਰ੍ਹਾਂ ਦੀ ਖੋਜ ਅਤੇ ਜਾਣਕਾਰੀ ਇਕੱਠੀ ਕਰਨਾ ਸ਼ਾਮਿਲ, ਕਿ ਕੋਈ ਇਨੋਵੇਸ਼ਨ ਕਰਨੀ ਹੈ, ਕੋਈ ਜਾਣਕਾਰੀ ਫੈਚ ਕਰਨੀ ਹੈ, ਲੈਣੀ ਹੈ, ਪ੍ਰਾਪਤ ਕਰਨੀ ਹੈ, ਇਹ ਚੀਜ਼ਾਂ ਨੌਲੇਜ। ਤਾਂ ਹੀ ਕਿਹਾ ਨਾ ਨੌਲੇਜ ਪ੍ਰੋਸੈਸ ਆਊਟਸੋਰਸਿੰਗ। ਜਿਵੇਂ ਕਿ ਕਹਿੰਦੇ ਪੇਟੈਂਟ ਐਪਲੀਕੇਸ਼ਨ ਲਈ ਬੌਧਿਕ ਸੰਪਤੀ ਖੋਜ, ਇਕਵਿਟੀ ਖੋਜ, ਵਪਾਰਕ ਮੰਡੀ ਦੀ ਖੋਜ, ਕਾਨੂੰਨੀ ਡਾਕਟਰੀ ਸੇਵਾਵਾਂ, ਵੱਖ-ਵੱਖ ਹੋਰ ਖੇਤਰਾਂ ਵਿੱਚ ਜਿਵੇਂ ਫਾਰਮਾਸਿਊਟੀਕਲ, ਬਾਇਓਟੈਕਨੋਲੋਜੀ, ਐਨੀਮੇਸ਼ਨ ਕੀ ਖੋਜ ਕੀਤੀ ਹੈ, ਉਹਨਾਂ ਨੂੰ ਕੀ ਕਰਦੇ ਪਤਾ ਲੈਂਦੀ ਹੈ ਪ੍ਰੋਸੈਸ ਕਰਨ ਇੱਕ ਦੂਜੇ ਕੰਮ। ਉਸ ਤੋਂ ਬਾਅਦ ਆ ਗਿਆ ਜੀ RPO। ਇਸ ਦਾ ਅਰਥ ਹੈ ਰਿਕਰੂਟਮੈਂਟ ਪ੍ਰੋਸੈਸ ਆਊਟਸੋਰਸਿੰਗ। ਰਿਕਰੂਟਮੈਂਟ ਪ੍ਰੋਸੈਸ ਆਊਟਸੋਰਸਿੰਗ ਇਹ ਇੱਕ BPO ਵਪਾਰਕ ਕਿਰਿਆਵਾਂ ਦੀ ਕਿਸਮ ਜਿੱਥੇ ਮਾਲਕ ਆਊਟਸੋਰਸ ਕਰਦਾ ਹੈ ਜਾਂ ਆਪਣੇ ਵਪਾਰ ਲਈ ਕੁਝ ਜਾਂ ਸਾਰੀ ਸਟਾਫ ਭਰਤੀ ਕਰਨ ਲਈ ਸੰਬੰਧਿਤ ਕਿਰਿਆਵਾਂ ਨੂੰ ਬਾਹਰੀ ਸੇਵਾਵਾਂ ਦੇਣ ਵਾਲੇ ਕੋਲ ਭੇਜ ਦਿੰਦਾ ਹੈ। ਮੰਨ ਲਓ ਕੋਈ ਆਪਾਂ ਭਰਤੀ ਕਰਨੇ ਨੇ, ਠੀਕ ਹੈ, ਆਪਣੇ ਕੁਝ ਆਪਾਂ ਨੂੰ ਕਿਸੇ ਮੁਲਾਜ਼ਮਾਂ ਦੀ ਲੋੜ ਹੈ ਆਪਣੇ ਬਿਜ਼ਨਸ ਦੇ ਵਿੱਚ, ਠੀਕ ਹੈ, ਆਪਾਂ ਰਿਕਰੂਟਮੈਂਟ ਕਰਵਾਉਂਦੇ ਹਾਂ, ਠੀਕ ਹੈ, ਭਰਤੀ ਕਰਾਉਂਦੇ ਹਾਂ ਸਟਾਫ ਦੀ, ਤਾਂ ਕੁਝ ਸੇਵਾਵਾਂ ਦੇਣ ਵਾਲੇ ਕੋਲ ਭੇਜਦੇ ਹਾਂ ਕਿ ਆਹ ਸੇਵਾਵਾਂ ਦੇ ਸਕਦੇ ਹਾਂ। ਰੁਜ਼ਗਾਰ ਅਤੇ ਸਟਾਫ ਭਰਤੀ ਕਰਨ ਵਿੱਚ ਜੋ ਕੰਮ ਕੰਟਰੈਕਟ ਵਿੱਚ ਆਮ ਤੌਰ 'ਤੇ ਸ਼ਾਮਿਲ ਕੀਤੇ ਜਾਂਦੇ ਨੇ, ਜਿਹੜੇ ਲੋਕਾਂ ਨੇ ਨੌਕਰੀ ਲਈ ਅਪਲਾਈ ਕੀਤਾ ਉਹਨਾਂ ਦੀ ਜਾਂਚ ਕਰਦੇ ਨੇ, ਉਹ ਕਿਵੇਂ ਆਪਾਂ ਨੇ ਉਹਨਾਂ ਨੂੰ ਭਰਤੀ ਕਰਨਾ, ਉਹਦਾ ਪ੍ਰੋਸੈਸ ਸਾਰਾ ਕੀ ਉਹਦੇ ਵਿੱਚ ਜ਼ਿਕਰ ਕੀਤਾ ਜਾਂਦਾ ਗੱਲ ਦਾ। ਠੀਕ ਹੈ, ਜੇਕਰ ਕੰਟਰੈਕਟ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਜਾਵੇ ਕਿ ਇਹ ਇੱਕ ਕਿਹੜੀਆਂ ਜਿਹੜੀਆਂ ਗੱਲਾਂ ਨੇ ਸ਼ਾਮਿਲ ਹੋ ਸਕਦੇ ਨੇ, ਜਿਵੇਂ ਉਹਦੀ ਤਨਖਾਹ ਸ਼ਾਮਿਲ ਹੁੰਦੀ ਹੈ, ਉਹਦੇ ਬਾਰੇ ਕੀ ਕੰਮ ਕਰਨਾ, ਤੁਹਾਡਾ ਜੋਬ ਰੋਲ ਕੀ ਹੈ, ਕੀ ਤੁਹਾਡੀ ਪੋਲਿਸੀ ਨੇ ਕੰਪਨੀ ਦਾ, ਕੀ ਰੋਲ ਹੈ ਤੁਸੀਂ ਨਿਭਾਓਗੇ ਉੱਥੇ, ਕਿ ਕਿੰਨਾ ਟਾਈਮ ਤੁਸੀਂ ਜਿਹੜੇ ਗਾਈਡਲਾਈਨਸ ਨੇ ਕੰਪਨੀ ਦਾ ਦਿੱਤੀਆਂ ਨੇ ਉਹਨਾਂ ਨੂੰ ਪਾਲਣਾ ਕਰਨੀ ਹੈ ਤੁਸੀਂ। ਤਾਂ ਵੱਖ-ਵੱਖ ਕੀ ਆਪਣੇ ਕੁਝ T&C ਆਪਾਂ ਦਿੰਦੇ ਹਾਂ ਉਹਨਾਂ ਨੂੰ, ਜਿਹੜੀਆਂ ਗੱਲਾਂ ਆਪਣੀਆਂ ਸ਼ਾਮਿਲ ਹੁੰਦੀਆਂ ਨੇ।
ਠੀਕ ਹੈ। ਜਦੋਂ ਆਪਾਂ ਕਿਸੇ ਮੁਲਾਜ਼ਮ ਨੂੰ ਭਰਤੀ ਕਰਦੇ ਹਾਂ, ਠੀਕ ਹੈ, ਆਪਣੇ ਵਪਾਰ ਦੇ ਵਿੱਚ, ਬਿਜ਼ਨਸ ਦੇ ਵਿੱਚ, ਤਾਂ ਕੁਝ ਗੱਲਾਂ ਕੀ ਸ਼ਾਮਿਲ ਕੀਤੀਆਂ ਜਾਂਦੀਆਂ ਨੇ, ਜਿਵੇਂ ਕਿ ਇੱਕ ਤਨਖਾਹ ਵਾਸਤੇ ਤੁਹਾਨੂੰ ਕਿਸੇ ਅਹੁਦੇ ਬਾਰੇ ਫੈਸਲਾ ਲੈਣਾ, ਜਾਂ ਕੋਈ ਗਾਈਡਲਾਈਨਸ ਹੁੰਦੇ ਨੇ, ਜਾਂ ਤੁਹਾਡੀ ਪਾਲਿਸੀ ਹੁੰਦੀਆਂ ਨੇ ਜਿਨ੍ਹਾਂ ਨੂੰ ਤੁਸੀਂ ਉਹ ਪਾਲਣਾ ਕਰਾਂਗੇ, ਤੁਹਾਡੇ ਰੂਲਸ। ਠੀਕ ਹੈ ਜੀ। ਇਹ ਸੀ IT ਬੇਸਡ ਜਿਹੜੀ ਸਰਵਿਸ ਆਧਾਰਿਤ ਦੀ ਸੇਵਾਵਾਂ ਜੀ। IT ਬੇਸਡ ਆਧਾਰਿਤ ਸੇਵਾਵਾਂ। ਮੈਨੂੰ ਉਮੀਦ ਹੈ ਤੁਹਾਨੂੰ ਇਸ 'ਚ ਕੁਛ ਨਾ ਕੁਛ ਪਤਾ ਲੱਗਿਆ ਹੋਊਗਾ।